औज़ुबिल्लाहिमिनश्शैतानिर्रजीम बिस्मिल्लाहिर्रहमानिर्रहीम अल्हम्दुलिल्लाहि रब्बिल आलमीन वल आक़िबतुल मुत्तक़ीन अस्सलातु वस्सलामु अला रसूलिल करीम। दोस्तों अस्सलामु अलैकुम। दोस्तों मैं डॉक्टर नसीर कालोसी एनपी तो ਤੁਹਾਡੀ ਖidmat ਚ ਅੱਜ ਦੇ ਕਰੰਟ ਟਾਪਿਕ ਨਾਲ ਹਾਜ਼ਰ ਹਾਂ। ਤੁਸੀਂ ਵੀ ਸ਼ਾਇਦ ਸੁਣਿਆ ਹੋਵੇਗਾ ਇੱਕ ਵਾਕਿਆ, ਮੈਂ ਵੀ ਖੈਰ ਸੁਣਿਆ ਵੀ ਆ ਔਰ ਸੁਣਾਇਆ ਵੀ ਆ ਬਹੁਤ ਦੋਸਤਾਂ ਨੂੰ। ਇੱਕ ਜੰਗਲ ਸੀਗਾ, ਉੱਥੇ ਇੱਕ ਗਾਲੜ ਰਹਿੰਦਾ ਸੀ। ਉਹ ਜੰਗਲ ਸੀ ਕਿਕਰਾਂ ਦਾ, ਸਿਰਫ ਕਿਕਰਾਂ, ਜੰਗਲ ਉਜਾੜ ਬਿਆਬਾਨ ਜਿਹਾ ਸੀ। ਉੱਥੇ ਨੇ ਆਪਣਾ ਆਲਣਾ ਬਣਾਇਆ ਸੀ ਤੇ ਕੋਈ ਇਧਰੋਂ ਉਧਰੋਂ ਫੜੀ ਛੜੀਆਂ ਖਾ ਕੇ ਗੁਜ਼ਾਰਾ ਕਰਨਾ ਵਿਚਾਰੇ ਨੇ। ਇੱਕ ਦਿਨ ਉਹ ਕਿਤੇ ਕਿਸੇ ਰਿਸ਼ਤੇਦਾਰਾਂ ਨੂੰ ਮਿਲਣ ਬੜੀ ਦੂਰ ਕਿਤੇ ਗਿਆ, ਰਸਤੇ 'ਚ ਇੱਕ ਬਾਗ ਹੁੰਦਾ ਸੀ, ਬੜਾ ਮਜ਼ੇਦਾਰ ਬਾਗ, ਖੂਬਸੂਰਤ ਬਾਗ ਸੀਗਾ। ਉਹ ਜਿਸ ਵੇਲੇ ਉੱਥੇ ਪਹੁੰਚਿਆ ਨਾ ਬਾਗ 'ਚ, ਉਹਨੂੰ ਭੁੱਖ ਲੱਗ ਗਈ, ਥੱਕ ਵੀ ਗਿਆ। ਉੱਥੇ ਗਿਆ ਤੇ ਬਾਗ 'ਚ ਇੱਕ ਤੋਤਾ ਬੈਠਾ ਸੀ, ਜਿਹੜਾ ਬਾਗ ਦਾ ਮਾਲਕ ਸੀਗਾ ਜਾਂ ਨਿਗਰਾਨ ਸੀਗਾ। ਉਹਨੇ ਕਿਹਾ, ਦੋਸਤਾ ਮੈਨੂੰ ਭੁੱਖ ਵੀ ਲੱਗੀ ਹੈ, ਮੈਂ ਥੱਕਾ ਵੀ ਬੜਾ, ਪਿਆਸ ਵੀ ਲੱਗੀ ਆ। ਉਹਨੇ ਕਿਹਾ, ਜਿੰਨੇ ਮਰਜ਼ੀ ਫਲ ਖਾ, ਮौज ਕਰ, ਠੰਡਿਆਂ ਸਾਇਆ ਦੇ ਥੱਲੇ ਸੌਂ, ਰੈਸਟ ਕਰ, ਜਦੋਂ ਦਿਲ ਕਰੇਗਾ ਚਲਾ ਜਾਏ। ਉਹਦਾ ਇੱਕ ਦਿਨ, 2 ਦਿਨ, 3 ਦਿਨ, ਜਿੰਨੇ ਦਿਨ ਦਿਲ ਕੀਤਾ ਰਿਹਾ ਤੇ ਜਾਣ ਲੱਗਿਆ ਤੇ ਉਹਨੇ ਕਿਹਾ, ਯਾਰ ਬੜਾ ਮਜ਼ਾ ਆਇਆ ਤੇਰੇ ਨਾਲ, ਤੂੰ ਬੜੇ ਮौज ਕਰਾਈ ਆ, ਬੜਿਆਂ ਮੌਜਾਂ 'ਚ ਰਹਿ ਰਿਹਾ ਤੂੰ, ਤੇ ਜੇ ਖੁਦਾ ਨਖਾਸਤਾ ਤੈਨੂੰ ਕੋਈ ਮਸਲਾ ਹੋਵੇ ਤੇ ਤੂੰ ਮੇਰਾ ਯਾਰ ਪਤਾ ਯਾਦ ਰੱਖੀ, ਫਲਾਂ ਫਲਾਂ ਜਗ੍ਹਾ ਤੇ ਮੈਂ ਰਹਿਣਾ ਵਾ, ਉੱਥੇ ਤੂੰ ਆ ਜਾਏ। ਅੱਲਾ ਦੀ ਕਰਨੀ ਇਹ ਹੋਈ ਕਿ ਕੁਛ ਅਰਸੇ ਤੋਂ ਬਾਅਦ ਉਸ ਬਾਗ ਦੇ ਉੱਪਰ ਖਜ਼ਾਂ ਆ ਗਈ ਜਾਂ ਫਲ ਖਤਮ ਹੋ ਗਏ, ਖੁਸ਼ਕਸਾਲੀ ਆ ਗਈ। ਤੇ ਉਹ ਤੋਤੇ ਨੇ ਸੋਚਿਆ ਵੀ ਹੁਣ ਇੱਥੇ ਖੁਰਾਕ ਕੋਈ ਨਹੀਂ ਮਿਲਦੀ, ਚਲੋ ਉਹ ਗਾਲੜ ਬੜਾ ਉਦੋਂ ਬਜ਼ਿੱਦ ਸੀਗਾ ਕਿ ਤੂੰ ਮੇਰੇ ਕੋਲ ਜ਼ਰੂਰ ਆ ਜਾਏ। ਉਹ ਉੱਥੋਂ ਉੱਡਿਆ ਤੇ ਉਹ ਗਾਲੜ ਨੇ ਜਿਹੜਾ ਪਤਾ ਦਿੱਤਾ ਸੀ ਉੱਥੇ ਚਲਾ ਗਿਆ, ਜਾ ਕੇ ਇਧਰ ਉਧਰ ਪਤਾ ਕਰੇ, ਜਿਹਨੂੰ ਪੁੱਛੇ, ਨਵਾਜ਼ ਨੂੰ ਮਿਲਿਆ, ਨਵਾਜ਼ ਇੱਥੇ ਇੱਕ ਗਾਲੜ ਰਹਿੰਦਾ, ਉਹ ਕਿੱਥੇ ਆ? ਉਹਨੇ ਕਿਹਾ ਮੈਨੂੰ ਨਹੀਂ ਪਤਾ। ਫਿਰ ਉਹ ਮੇਰੇ ਕੋਲ ਆ ਗਿਆ, ਮੈਂ ਵੀ ਕਿਹਾ ਯਾਰ ਮੈਨੂੰ ਨਹੀਂ ਪਤਾ। ਉਹ ਫਿਰ ਗੁਆਂਢੀਆਂ ਕੋਲ ਚਲਾ ਗਿਆ, ਉਹਨੂੰ ਕਿਹਾ ਯਾਰ ਦੱਸੋ ਇੱਥੇ ਕੋਈ ਗਾਲੜ ਨਹੀਂ? ਉਹਨੇ ਕਿਹਾ ਉਹ ਪਰੇ ਜਿਹੜਾ ਕਿਕਰਾਂ ਨਾ, ਉਹ ਪਰੇ ਝੁੰਡ ਨਜ਼ਰ ਆਉਂਦਾ ਪਿਆ, ਉੱਥੇ ਰਹਿੰਦਾ ਹੀ, ਉੱਥੇ ਜਾ ਕੇ ਮਿਲ ਲਾ। ਉਹ ਇੰਨਾ ਉੱਡਿਆ ਸੀ, ਇੰਨਾ ਸਫ਼ਰ ਕੀਤਾ ਸੀ ਗਰਮੀ 'ਚ, ਵਿਚਾਰਾ ਭੁੱਖਾ ਤੇ ਰਿਹਾ। ਉੱਥੇ ਪਹੁੰਚਿਆ ਨਾ ਜਿਸ ਵੇਲੇ, ਤੇ ਜਾਂਦਿਆਂ ਉਹਨੂੰ ਗਾਲੜ ਮਿਲ ਪਿਆ। ਗਾਲੜ ਬੜਾ ਖੁਸ਼ ਹੋ ਕੇ ਮਿਲਿਆ, ਤੋਤਾ ਵੀ ਖੁਸ਼ ਵੀ ਚਲੋ ਹੁਣ ਕੁਛ ਲੱਭ ਜਾਏਗਾ ਖਾਣ ਨੂੰ। ਗਾਲੜ ਪੁੱਛਦਾ, ਸੁਣਾ ਸੱਜਣਾ ਕੀ ਹਾਲ ਹੈ ਤੇਰਾ? ਉਹਨੇ ਕਿਹਾ ਹਾਲ ਬੜਾ ਠੀਕ ਆ, ਪਰ ਮੈਨੂੰ ਭੁੱਖ ਬੜੀ ਲੱਗੀ, ਮੈਂ ਥੱਕਿਆ ਬੜਾ, ਪਿਆਸ ਬੜੀ ਲੱਗੀ ਆ ਕੁਝ ਖਾਣ ਨੂੰ। ਉਹਨੇ ਕਿਹਾ ਅੱਛਾ ਮੈਂ ਖਾਣ ਦਾ ਕਰਨਾ ਬੰਦੋਬਸਤ। ਉਹਨੂੰ ਤਾਂ ਖਾਣਾ ਕੀ ਸੀ, ਖਵਾ ਸਵਾਹ ਖੇ, ਹੈ ਹੀ ਕੁਛ ਨਹੀਂ ਸੀ ਖਾਣ ਵਾਲਾ। ਉਹ ਕਿੱਕਰ ਦੇ ਉੱਤੇ ਚੜ ਜੇ, ਇੱਕ ਤੋਂ ਚੜ ਕੇ ਥੱਲੇ ਵਾਪਸ ਆਇਆ ਤੇ ਤੋਤਾ ਫਿਰ ਕਹੇ ਯਾਰ ਮੈਨੂੰ ਭੁੱਖ ਬੜੀ ਲੱਗੀ ਆ, ਕੋਈ ਬੰਦੋਬਸਤ? ਉਹਨੇ ਕਿਹਾ ਤੇਰਾ ਹੀ ਬੰਦੋਬਸਤ ਕਰਨ ਡਿਆ। ਉਹ ਦੂਸਰੀ ਕਿੱਕਰ ਤੇ ਚੜ ਜੇ, ਦੂਸਰੇ ਤੋਂ ਉਤਰੇ, ਉਹ ਫਿਰ ਕਹੇ ਉਹ ਮੈਨੂੰ ਭੁੱਖ ਲੱਗੀ ਆ, ਮੈਂ ਭੁੱਖਾ ਮਰਨ ਡਿਆ, ਕੁਝ ਕਰ। ਉਹ ਕਹਿੰਦੇ ਤੇਰਾ ਹੀ ਕਰ ਰਿਹਾ। ਜਦੋਂ ਕੋਈ 10 ਮਿੰਟ ਲੰਘ ਗਏ ਨਾ, ਇਸ ਤਾਂ ਫਿਰਦਿਆਂ ਫੁਰਦਿਆਂ ਉੱਤੇ ਚੜ ਜੇ, ਥੱਲੇ ਉਤਰ ਕੇ ਆ ਜੇ ਕਿੱਕਰ ਤੋਂ। ਆਖਿਰਕਾਰ ਤੋਤਾ ਕਹਿਣ ਲੱਗਾ, ਯਾਰ ਉਹ ਯਾਰ ਕੋਈ ਗਾਣ ਦਾ ਵੀ ਬੰਦੋਬਸਤ ਕਰ ਲੈ। ਗੱਲ ਅੱਗੋਂ ਬੜਾ ਤਾਰੀਖੀ ਜਵਾਬ ਦਿੱਤਾ। ਉਹਨੇ ਕਿਹਾ, ਖਾਣਾ ਤੇਰਾ ਲੱਭੇ ਨਾ ਲੱਭੇ, ਤੂੰ ਯਾਰਾਂ ਦੀਆਂ ਫੁਰਤੀਆਂ ਵੇਖ, ਵੇ ਮੈਂ ਕਿੱਡੀ ਤੇਜ਼ੀ ਨਾਲ ਉੱਪਰ ਜਾਣਾ ਤੇ ਕਿੰਨਾ ਤੇਜ਼ੀ ਨਾਲ ਥੱਲੇ ਆਉਣਾ। ਅੱਜ ਕੱਲ ਮੇਰਾ ਕਾਇਦ मोहतरम मुकर्रम जनाब शहबाज शरीफ साहब, जनाब जरदारी साहब, बिलावल साहब ते होर कई साहिबान, जिन्हें साडे वजीर दाखिला साहब भी शामिल ने, ये तवाफ कर रहे हैं अपने मौलाना साहब दे दीवारो दरदा, मौलाना साहब दे, मौलाना फजल रहमान, मौलाना तो मराद मौलाना फजल रहमान ही है ना, मौलाना साहब दे दरो दीवार दा तवाफ करते हैं, उन्होंने जाके चरणों 'च हथ मारते हैं, उन्होंने जाके तरले करते हैं, मिन्नतां करते हैं। काहदे लई? सानू वोट दिओ। काहदे लई वोट दिओ? असी सुप्रीम कोर्ट का सत्यानाश मारना, असी सुप्रीम कोर्ट नूं दबा देना। खुदा दिओ बंदिओ, क्यों इन्ने तरलियां ते आए जे? जे तुसी कोई चोरी नहीं करते, हेरा फेरी नहीं करते, फराड नहीं करते, धोखा नहीं करते, झूठ नहीं बोलते, मुल्क का सत्यानाश नहीं करते, तो फिर तुहानू परेशानी काहदी आ? क्यों एडे परेशान जे? किहड़ी अदालत जिहड़े बेगुनाह नूं टंग देगी?
ਤੁਹਾਨੂੰ ਕਿਉਂ ਪਰੇਸ਼ਾਨੀਆਂ ਲੱਗੀਆਂ ਨੇ? ਉਧਰੋਂ ਜਨਾਬ ਅੱਗੇ ਮੌਲਾਨਾ ਸਾਹਿਬ ਵੀ ਘਾਹ ਕਿਸਮ ਦੇ ਡਰਾਈਵਰ ਨੇ, ਉਹ ਸਾਰੇ ਲੈਫਟ ਡਰਾਈਵਿੰਗ ਰਾਈਟ ਡਰਾਈਵਿੰਗ ਸਾਰੀ ਜਾਣਦੇ ਨੇ, ਉਹ ਕੱਟ ਵੀ ਚੰਗਾ ਮਾਰਨਾ ਜਾਣਦੇ ਨੇ ਤੇ ਬ੍ਰੇਕ ਵੀ ਬੜੀ ਟਾਈਟ ਲਾਉਣੀ ਜਾਣਦੇ ਨੇ। ਅੱਗੋਂ ਉਹਨਾਂ ਨੇ ਮੈਨੂੰ ਪੀਚ ਪਾਇਆ ਵਾ, ਤੁਸੀਂ ਹੁਣ ਆਓ ਤੇ ਕੱਲ ਨੂੰ ਆਓ, ਕੱਲ ਨੂੰ ਆਓ ਤੇ ਘੰਟੇ ਬਾਅਦ ਆਓ, ਘੰਟੇ ਬਾਅਦ ਆਓ ਤੇ ਅਗਲੇ ਦਿਨ ਆਓ, ਕਿਉਂਕਿ ਇਹਨਾਂ ਨੂੰ ਵੀ ਪਤਾ ਕਿ ਮੌਲਾਨਾ ਸਾਹਿਬ ਕਿਸ ਕਿਸਮ ਦੇ ਬੰਦੇ ਨੇ ਤੇ ਮੌਲਾਨਾ ਸਾਹਿਬ ਨੂੰ ਵੀ ਪਤਾ ਇਹ ਕਿਸ ਕਿਸਮ ਦੇ ਬੰਦੇ ਨੇ। ਦੋਸਤੋ, ਮੈਂ ਕਦੀ ਕਦੀ ਸੋਚਣਾ, ਸ਼ਾਇਦ ਤੁਸੀਂ ਵੀ ਸੋਚਦੇ ਹੋਵੋਗੇ ਕਿ ਲਾਹਨਤ ਇਹੋ ਜਿਹੀ ਸਿਆਸਤ ਤੇ ਜਿਹੜੀ ਨਾ ਆਪਣੀ ਹੋਵੇ, ਨਾ ਆਪਣੇ ਮੁਲਕ ਵਾਸਤੇ ਹੋਵੇ, ਨਾ ਆਪਣੇ ਮੁਲਕ ਦੇ ਲੋਕਾਂ ਵਾਸਤੇ ਹੋਵੇ, ਔਰ ਨਾ ਲੋਕਾਂ ਦੀ ਖਿਦਮਤ ਵਾਸਤੇ ਹੋਵੇ, ਜਿਹਦੇ ਚ ਸਿਰਫ ਔਰ ਸਿਰਫ ਇੱਕ ਮੋਟਿਵ ਹੈ, ਅਸੀਂ ਆਪਣੀ ਹਕੂਮਤ ਕਿਸ ਤਰ੍ਹਾਂ ਬਚਾਉਣੀ ਹੈ, ਅਸੀਂ ਆਪਣਾ ਦਾਅ ਦੱਪਾ ਕਿਸ ਤਰ੍ਹਾਂ ਜਾਰੀ ਰੱਖਣਾ ਵਾ, ਅਸੀਂ ਬਾਕੀ ਮਹਿਕਮਿਆਂ ਨੂੰ, ਬਾਕੀ ਲੋਕਾਂ ਨੂੰ ਕਿਸ ਤਰ੍ਹਾਂ ਦਬਾ ਕੇ ਰੱਖਣਾ ਵਾ, ਅਸੀਂ ਲੋਕਾਂ ਦਾ ਤਹਿ ਪੈਂਚਾ ਕਿਸ ਤਰ੍ਹਾਂ ਕਰਨਾ ਵਾ, ਅਸੀਂ ਆਪੋਜੀਸ਼ਨ ਨੂੰ ਕਿਸ ਤਰ੍ਹਾਂ ਨੁਕਰੇ ਲਾ ਕੇ ਰੱਖਣਾ, ਅਸੀਂ ਆਪੋਜੀਸ਼ਨ ਨੂੰ ਕਿੰਨਾ ਜੇਲ੍ਹ ਭਜਵਾ ਕੇ ਰੱਖਣਾ। ਕਾਹਦੀ ਜਮਹੂਰੀਅਤ ਆ? ਇਹਨੂੰ ਜਮਹੂਰੀਅਤ ਕਹਿੰਦੇ ਨੇ। ਦੋਸਤੋ, ਤੁਸੀਂ ਵੀ ਮੈਂ ਵੀ ਦੇਖਿਆ ਬੜੇ ਬੜੇ ਮੁਲਕਾਂ ਜਮਹੂਰੀਅਤ ਤੇ ਚੱਲਦੇ, ਕੋਈ ਸਦਾਰਤੀ ਨਿਜ਼ਾਮ ਉਹ ਵੀ ਜਮਹੂਰੀਅਤ ਆ, ਕਿਤੇ ਪਾਰਲੀਮਾਨੀ ਨਿਜ਼ਾਮ ਜਿਸ ਤਰ੍ਹਾਂ ਸਾਡੇ ਆ ਉਹ ਵੀ ਜਮਹੂਰੀਅਤ ਆ, ਲੇਕਿਨ ਕਿਸੇ ਮੁਲਕ ਚ ਅੱਜ ਤੱਕ ਨਹੀਂ ਹੋਇਆ ਜਿਸ ਤਰ੍ਹਾਂ ਇਸ ਮੁਲਕ ਜੋ ਕੁਛ ਹੋ ਰਿਹਾ ਔਰ ਜੋ ਕੁਛ ਲੋਕ ਕਰ ਰਹੇ ਨੇ। ਮੇਰੀ ਉਮਰ ਵੀ ਅਲਹਮਦੁਲਿਲਾ 70 ਦੇ ਕਰੀਬ ਹੋ ਗਈ ਹੈ। ਤੁਸੀਂ ਵੀ ਬਹੁਤ ਸਾਰੇ ਦੋਸਤ ਕਈ ਐਸੇ ਹੋਣਗੇ ਜਿਹੜੇ ਬੜੀ ਉਮਰ ਨੂੰ ਪਹੁੰਚ ਗਏ ਨੇ। ਜਿੰਨੀ ਮਾਰਸ਼ਲ ਹਕੂਮਤ ਚ ਅਸੀਂ ਲੋਕ ਸਕੂਨ ਨਾਲ ਰਹੇ ਹਾਂ ਨਾ, ਇਹਨਾਂ ਸਿਆਸਤਦਾਨਾਂ ਨੇ ਮੁਲਕ ਦਾ ਬੇੜਾ ਗਰਕ ਵੀ ਕੀਤਾ, ਇਹਨਾਂ ਲੋਕਾਂ ਨੇ ਪਬਲਿਕ ਦਾ ਬੇੜਾ ਗਰਕ ਵੀ ਕੀਤਾ। ਸਿਰਫ ਇੱਕ ਕੰਮ ਕੀਤਾ ਕਿ ਲੁੱਟ ਮਾਰ ਕੀਤੀ ਤੇ ਆਪਣੇ ਘਰ ਦੇ ਜੀ ਜਿਹੜੇ ਉਹ ਸੰਵਾਰੇ ਨੇ ਤੇ ਆਪਣੀਆਂ ਜਾਇਦਾਦਾਂ ਬਣਾਈਆਂ ਨੇ। ਸਾਨੂੰ ਇਸ ਜਮਹੂਰੀਅਤ ਨੇ ਕੀ ਦਿੱਤਾ ਵੇ? ਇਹਦੇ ਨਾਲ ਇੱਕ ਸਦਰ ਹੋਵੇ, ਇੱਕ ਸਦਾਰਤੀ ਨਿਜ਼ਾਮ ਹੋਵੇ, ਉਹ ਕਿੰਨਾ ਕੁ ਯਾਰ ਇੱਕ ਬੰਦਾ ਖਾ ਲੇਗਾ, ਉਹ ਕਿੰਨਾ ਕੁ ਲੁੱਟ ਲੇਗਾ? ਜ਼ਰਦਾਰੀ ਸਾਹਿਬ ਵੀ ਲਾ ਲਓ, ਕਿੰਨਾ ਕੁ ਲੁੱਟ ਲੇਗਾ? ਤੇ ਜਦੋਂ ਅਸੈਂਬਲੀਆਂ ਭਰੀਆਂ ਪਈਆਂ ਨੇ ਕਿ ਹਰ ਬੰਦੇ ਦਾ ਇਹੋ ਹੀ ਸ਼ੌਕ ਆ ਕਿ ਮੈਂ 1 ਕਰੋੜ ਲਾ ਕੇ ਆਵਾਂ ਤੇ ਮੈਂ 1 ਅਰਬ ਕਮਾਵਾਂ, ਜਿਹਨੇ 10 ਕਰੋੜ ਲਾਇਆ ਉਹਨੇ ਕਹਿਣਾ ਮੈਂ 10 ਅਰਬ ਕਮਾਉਣਾ, ਫਿਰ ਮੁਲਕ ਦਾ ਤਿਆਹ ਪੈਂਚਾ ਹੋਣਾ ਹੀ ਹੋਣਾ। ਇਸ ਕੌਮ ਨਾਲ ਇਹੋ ਕੁਛ ਹੋਣਾ ਜੋ ਇਸ ਕੌਮ ਨਾਲ ਹੋ ਰਿਹਾ। ਫਿਰ ਅਸੀਂ ਕਿੱਧਰ ਜਾਈਏ? ਅਸੀਂ ਕੀ ਕਰੀਏ? ਇਹ ਸਿਰਫ ਸਿਆਸੀ ਸਟੰਟ ਨੇ ਇਹਨਾਂ ਦੇ, ਸਿਰਫ ਸਾਡੀਆਂ ਅੱਖਾਂ 'ਚ ਮਿੱਟੀ ਪਾ ਰਹੇ ਨੇ। ਸਾਰੇ ਆਪਣੀ ਆਪਣੀ ਗੇਮ ਕਰ ਰਹੇ ਨੇ, ਸਾਰੇ ਆਪਣੇ ਆਪਣੇ ਫਾਇਦੇ ਵਾਸਤੇ ਕਰ ਰਹੇ ਨੇ, ਔਰ ਸਾਰੇ ਆਪਣਾ ਆਪਣਾ ਲੁੱਚ ਤਲਣ ਡਏ ਨੇ। ਮੌਲਾਨਾ ਸਾਹਿਬ ਨੂੰ ਪਤਾ ਕਿ ਮੇਰੇ ਸਾਹਮਣੇ 2 ਗੱਡੀਆਂ ਖੜੀਆਂ ਨੇ, ਇੱਕ ਪੀਟੀਆਈ ਦੀ ਗੱਡੀ ਖੜੀ ਆ ਆਪੋਜੀਸ਼ਨ ਦੀ, ਇੱਕ ਖੜੀ ਆ ਹੁਕਮਰਾਨ ਤਬਕੇ ਦੀ। ਹੁਣ ਜਿਹੜੀ ਉਹਨਾਂ ਨੂੰ ਚੰਗੀ ਲੱਗੇਗੀ, ਆਰਾਮਦੇਹ ਲੱਗੇਗੀ, ਸਕੂਨ ਵਾਲੀ ਲੱਗੇਗੀ, ਮੌਜ ਮੇਲੇ ਵਾਲੀ ਲੱਗੇਗੀ, ਉਹ ਚ ਮਾਰਨਗੇ, ਛਾਲ ਤੇ ਵੜ ਜਾਣਗੇ। ਟਰੱਕ 'ਚ ਕਿਸੇ ਨੇ ਥੋੜਾ ਬਹਿਣਾ ਵਾ, ਤੇ ਬਹਿਣਾ ਉਸ ਗੱਡੀ 'ਚ ਜਿਸ 'ਚ ਫਾਇਦੇ ਹੀ ਫਾਇਦੇ ਹੋਣ। ਤੇ ਇਹ ਹਕੂਮਤ ਇਹ ਉਸ ਗੱਡੀ ਨੂੰ ਲੱਭਣ ਡਈ ਆ। ਇਹਨਾਂ ਨੂੰ ਉਹ ਗੱਡੀ ਤਾਂ ਮਿਲਦੀ ਆ ਸਕੂਨ ਵਾਲੀ ਜੇ ਮੌਲਾਨਾ ਸਾਹਿਬ ਇਹਨਾਂ ਦੇ ਨਾਲ ਅਟੈਚ ਹੋ ਜਾਣ, ਤੇ ਫਿਰ ਇਹਨਾਂ ਦੀ ਮਨਮਾਨੀਆਂ ਚੱਲਣ, ਫਿਰ ਇਹਨਾਂ ਦੇ ਤਗੋ ਦੋ ਕਾਮਯਾਬ ਹੋ ਜਾਏ, ਫਿਰ ਸੁਪਰੀਮ ਕੋਰਟ ਨੂੰ ਤੁੰਨ ਕੇ ਰੱਖਣ, ਫਿਰ ਜਨਾਬ ਸਾਰੇ ਅਦਾਰਿਆਂ ਨੂੰ ਤੁੰਨ ਕੇ ਰੱਖਣ, ਫਿਰ ਪਬਲਿਕ ਨੂੰ ਵੀ ਤੁੰਨ ਕੇ ਰੱਖਣ, ਫਿਰ ਜਨਾਬ ਇਹਨਾਂ ਨੂੰ ਪੁੱਛਣ ਵਾਲਾ ਨਾ ਕੋਈ ਗਿੱਛਣ ਵਾਲਾ। ਇਹ ਚਾਹੁੰਦੇ ਨੇ ਇਹ ਹੋਵੇ। ਮੌਲਾਨਾ ਸਾਹਿਬ ਚਾਹੁੰਦੇ ਨੇ ਮੇਰੀ ਮਰਜ਼ੀ ਹੋਵੇ। ਤੇ ਪੀਟੀਆਈ ਤੇ ਵੈਸੇ ਜਿਹੜੇ ਉਤਾਬ ਉਹਨਾਂ ਨੇ ਮਰਜ਼ੀ ਕੀ ਕਰਨੀ ਤੇ ਨਾ ਕੀ ਕਰਨੀ ਵਿਚਾਰਿਆਂ ਨੇ। ਦੋਸਤੋ, ਮੈਂ ਕਦੀ ਕਦੀ ਸੋਚਣਾ, ਸ਼ਾਇਦ ਤੁਸੀਂ ਵੀ ਸੋਚਦੇ ਹੋਵੋਗੇ, ਆਇਆ ਅਸਾਂ ਇਸ ਮੁਲਕ 'ਚ ਜਿਹੜੇ ਮੇਰੇ ਬਜ਼ੁਰਗਾਂ ਨੇ ਬਣਾਇਆ ਉਹਨਾਂ ਦੀ ਕੁਰਬਾਨੀ ਸ਼ਾਮਲ ਨੇ। ਸਾਡੇ ਵੱਡੇ ਵੱਡੇ ਜਿਹੜੇ ਬਜ਼ੁਰਗ ਸਿਆਸਤਦਾਨ ਸੀ ਉਸ ਦੌਰ ਦੇ, ਜਿਨ੍ਹਾਂ ਨੇ ਪਾਕਿਸਤਾਨ ਬਣਾਇਆ ਹੈ, ਉਹਨਾਂ ਇਸ ਵਾਸਤੇ ਬਣਾਇਆ ਸੀ ਕਿ ਇੱਥੇ ਕਿ ਚੂਹੇ ਬਿੱਲੀ ਦਾ ਖੇਲ ਖੇਲਦੇ ਰਹਿਣਗੇ ਸਿਆਸਤਦਾਨ, ਕਿ ਇੱਥੇ ਕਦੀ ਮੌਲਾਨਾ ਆਪਣਾ ਲੁੱਚ ਤਲੇਗਾ, ਕਦੀ ਨਵਾਜ਼ ਸ਼ਰੀਫ ਤਲੇਗਾ, ਕਦੀ ਸ਼ਬਾਜ਼ ਸ਼ਰੀਫ ਤਲੇਗਾ, ਕਦੀ ਜਰਦਾਰੀ ਤਲੇਗਾ, ਕਦੀ ਬਿਲਾਵਲ ਤਲੇਗਾ, ਕਦੀ ਸ਼ਜਾਤ ਹੁਸੈਨ ਤਲੇਗਾ, ਕਦੀ ਕੋਈ ਤਲੇਗਾ, ਕਦੀ ਕੋਈ ਤਲੇਗਾ। ਦੋਸਤੋ, ਇਹ ਮੁਲਕ ਤੇ ਉਹਨਾਂ ਨੇ ਬਣਾਇਆ ਸੀ ਪਾਕਿਸਤਾਨੀਆਂ ਵਾਸਤੇ, ਪਾਕਿਸਤਾਨ ਦੇ ਰਹਾਇਸ਼ੀ ਜਿਹੜੇ ਲੋਕ ਨੇ ਉਹਨਾਂ ਵਾਸਤੇ, ਕਿ ਉਹਨਾਂ ਨੂੰ ਤਕਲੀਫ ਨਾ ਹੋਵੇ। ਲੇਕਿਨ ਉਹਨਾਂ ਨੂੰ ਤਕਲੀਫ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਆ। ਲੇਕਿਨ ਉਸ ਦੇ ਬਿਲਕੁਲ ਉਲਟ ਇਹ ਜਿਨ੍ਹਾਂ ਨੂੰ ਤਕਲੀਫ ਉਠਾਉਣੀ ਚਾਹੀਦੀ ਹੈ, ਜਿਹਨਾਂ ਹਜ਼ਰਤ ਉਮਰ ਫਾਰੂਕ ਜਾਂ ਹਜ਼ਰਤ ਸਾਡੇ ਬਜ਼ੁਰਗ ਜਿਹੜੇ ਖਲੀਫਾਤੁਲ ਮੋਮਿਨ ਗੁਜ਼ਰੇ ਨੇ, ਉਹ ਕਹਿੰਦੇ ਹੁੰਦੇ ਸੀ ਇਹ ਖਿਲਾਫਤ ਜਿਹੜੀ ਆ ਇਹ ਐਕਚੁਅਲੀ ਸਰਵਿਸਿਜ਼ ਨੇ, ਇਹ ਬਹੁਤ ਬੜਾ ਬੋਝ ਹੈ ਸਾਡੇ ਉੱਪਰ, ਔਰ ਕੋਈ ਖੁਸ਼ੀ ਨਾਲ ਨਹੀਂ ਸੀ ਲੈਂਦਾ, ਧੱਕੇ ਨਾਲ ਉਹਨੂੰ ਦਿੰਦੇ ਸੀ। ਬਾਕੀ ਸਾਹਬਾ ਕਿਰਾਮ ਕਿਸੇ ਨੇ ਖੁਸ਼ੀ ਨਾਲ ਨਹੀਂ ਲਿਆ, ਲੇਕਿਨ ਇਹ ਦੌੜ ਦੌੜ ਕੇ ਗੱਲ 'ਚ ਪਾਉਂਦੇ ਨੇ। ਕਿਉਂ ਪਾਉਂਦੇ ਨੇ? ਕਿ ਇਹਨਾਂ ਦੇ ਫਾਇਦੇ ਨੇ, ਇਹਨਾਂ ਦੇ ਮਫਾਦਾਤ ਨੇ ਇਹਦੇ 'ਚ।
ਔਰ ਜਿੰਨੇ ਕਾਨੂੰਨ ਬਣਦੇ ਨੇ ਇਹਨਾਂ ਦੇ ਆਪਣੇ ਜ਼ਾਤੀ ਮਫਾਦ ਦੇ ਗਿਰਦ ਘੁੰਮਦੇ ਨੇ। ਜੇ ਇਹੀ ਕਾਨੂੰਨ ਪਾਕਿਸਤਾਨ ਔਰ ਪਾਕਿਸਤਾਨੀਆਂ ਵਾਸਤੇ ਬਣਾਉਣ, ਅਸੀਂ ਇਹਨਾਂ ਨੂੰ ਦੁਆਵਾਂ ਵੀ ਦਈਏ, ਇਹਨਾਂ ਵਾਸਤੇ ਦੁਆਵਾਂ ਵੀ ਕਰੀਏ, ਲੇਕਿਨ ਇਹ ਸਭ ਅੰਨੀ ਮੰਡੇ ਸ਼੍ਰੇਣੀਆਂ ਮੁੜ ਆਪਣਿਆਂ ਨੂੰ, ਇਹ ਤੇ ਜੋ ਕਰਦੇ ਨੇ ਆਪਣੀ ਜ਼ਾਤ ਵਾਸਤੇ ਕਰ ਰਹੇ ਨੇ। ਇਹਨਾਂ ਦੇ ਤੁਸੀਂ ਤਮਾਸ਼ੇ ਵੇਖੀ ਜਾਓ। अल्लाह ताला इन्होंने तो हदायत देनी ही नहीं। क्यों? अल्लाह ताला कुरान में फरमाया हम उसको हदायत नहीं देते जो हदायत का तालब नहीं होता। लेकिन खुदा दे बंदे हो दोस्तों, तुसी अल्लाह की दुआ करो, या अल्लाह सानू हिदायत दे दे और साडे मगरों इन्हां नूं ला दे। इहदे नाल ही अल्लाह हाफिज़, अस्सलाम वालेकुम।